ਵਿਦਿਆਰਥੀਓ ਸਤਿ ਸ਼੍ਰੀ ਅਕਾਲ। ਅੱਜ ਆਪਾਂ ਆਪਣੀ ਪਾਠ ਪੁਸਤਕ ਦੇ ਪਾਠ ਨੰਬਰ 8 ਬਚਿੱਤਰ ਸਿੰਘ ਦੀ ਬਹਾਦਰੀ ਦੀ ਪ੍ਰਸੰਗ ਸਹਿਤ ਵਿਆਖਿਆ ਕਰਨੀ ਹੈ। ਪਿਆਰੇ ਵਿਦਿਆਰਥੀਓ, ਇਹ ਡਾਕਟਰ ਜਗੀਰ ਸਿੰਘ ਦੁਆਰਾ ਲਿਖੀ ਹੋਈ ਇੱਕ ਕਾਵ ਕਹਾਣੀ ਆ। ਕਾਵ ਕਹਾਣੀ ਪਿਆਰੇ ਵਿਦਿਆਰਥੀਓ ਮੀਨਸ ਜੋ ਕਵਿਤਾ ਦੇ ਦੁਆਰਾ ਕਿਸੇ ਕਹਾਣੀ ਨੂੰ, ਕਿਸੇ ਘਟਨਾ ਨੂੰ ਪੇਸ਼ ਕੀਤਾ ਗਿਆ ਹੋਵੇ ਉਸ ਨੂੰ ਕਾਵ ਕਹਾਣੀ ਕਹਿੰਦੇ ਹਨ। ਸੋ ਅੱਜ ਦੀ ਆਪਣੀ ਕਾਵ ਕਹਾਣੀ ਹੈ ਬਚਿੱਤਰ ਸਿੰਘ ਦੀ ਬਹਾਦਰੀ। ਪਿਆਰੇ ਵਿਦਿਆਰਥੀਓ, ਇਸ ਕਾਵ ਕਹਾਣੀ ਦੇ ਵਿੱਚ ਡਾਕਟਰ ਜਗੀਰ ਸਿੰਘ ਨੇ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕਿਵੇਂ ਮਜ਼ਲੂਮਾਂ, ਕਮਜ਼ੋਰਾਂ ਦੇ ਵਿੱਚ ਤਾਕਤ ਭਰਨੀ ਔਰ ਉਹਨਾਂ ਦੇ ਵਿੱਚ ਲੜਨ ਦਾ ਜਜ਼ਬਾ ਪੈਦਾ ਕਰਨਾ ਆਦਿ ਦੀ ਘਟਨਾ ਨੂੰ ਬਿਆਨ ਕੀਤਾ ਹੈ, ਬਾਰੇ ਜਾਣਕਾਰੀ ਦਿੱਤੀ ਹੈ। ਇਸ ਕਵਿਤਾ ਦੇ ਦੁਆਰਾ ਇਹ ਸਪਸ਼ਟ ਹੁੰਦਾ ਹੈ ਕਿ ਸਿੱਖ ਇਤਿਹਾਸ ਦੇ ਵਿੱਚ ਸ਼ੇਰਾਂ ਵਰਗਾ ਜਜ਼ਬਾ ਭਰਨ ਦਾ ਹੌਸਲਾ ਸਿਰਫ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਨੇ ਹੀ ਕੀਤਾ ਸੀ। ਇਸੇ ਕਰਕੇ ਤਾਂ ਉਹ ਆਪ ਵੀ ਕਿਹਾ ਕਰਦੇ ਸੀ, ਚਿੜੀਓਂ ਸੇ ਮੈਂ ਬਾਜ ਲੜਾਊਂ ਤਬੇ ਗੋਬਿੰਦ ਸਿੰਘ ਨਾਮ ਕਹਾਊਂ। ਮੀਨਸ ਜਿਹੜੇ ਦੱਬੇ ਕੁਚਲੇ ਕਮਜ਼ੋਰ ਲੋਕ ਹੁੰਦੇ ਸੀ ਉਹਨਾਂ ਵਿੱਚ ਤਾਕਤ ਤੇ ਹੌਸਲਾ ਹੱਲਾਸ਼ੇਰੀ ਭਰ ਕੇ ਉਹ ਬਹਾਦਰ ਸੈਨਿਕਾਂ ਨਾਲ ਵੀ ਮੁਕਾਬਲਾ ਕਰਵਾ ਦਿੰਦੇ ਸੀ। ਆਓ ਵਿਦਿਆਰਥੀਓ, ਅੱਜ ਆਪਾਂ ਇਸ ਕਾਵ ਕਹਾਣੀ ਦੀ ਪ੍ਰਸੰਗ ਸਹਿਤ ਵਿਆਖਿਆ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਇਸ ਦਾ ਪ੍ਰਸੰਗ ਕਰਾਂਗੇ। ਇਹ ਕਾਵ ਕਹਾਣੀ ਸਾਡੀ ਪੰਜਾਬੀ ਦੀ ਪਾਠ ਪੁਸਤਕ ਭਾਗ 8 ਵਿੱਚ ਦਰਜ ਕਾਵ ਕਹਾਣੀ ਬਚਿੱਤਰ ਸਿੰਘ ਦੀ ਬਹਾਦਰੀ, ਜੋ ਕਿ ਡਾਕਟਰ ਜਗੀਰ ਸਿੰਘ ਦੁਆਰਾ ਲਿਖੀ ਹੋਈ ਹੈ, ਵਿੱਚੋਂ ਲਈਆਂ ਗਈਆਂ ਹਨ। ਇਸ ਕਾਵ ਕਹਾਣੀ ਦੇ ਵਿੱਚ ਕਵੀ ਨੇ ਸਾਨੂੰ ਅਨੰਦਪੁਰ ਸਾਹਿਬ ਦੇ ਲੋਹਗੜ੍ਹ ਕਿਲੇ ਦਾ ਦ੍ਰਿਸ਼ ਪੇਸ਼ ਕੀਤਾ ਹੈ। ਪਿਆਰੇ ਵਿਦਿਆਰਥੀਓ, ਹੁਣ ਆਪਾਂ ਵਿਆਖਿਆ ਕਰਾਂਗੇ। ਸੰਗਤ ਜੁੜੀ ਨਿਤ ਵਾਂਗਰਾਂ ਅੱਜ ਗੁਰਦੁਆਰੇ, ਦਸਮ ਪਿਤਾ ਦੇ ਸੰਗ ਸਨ ਬੈਠੇ ਇਉਂ ਸਾਰੇ। ਇਸ ਕਾਵ ਕਹਾਣੀ ਵਿੱਚ ਕਵੀ ਦੱਸ ਰਿਹਾ ਹੈ ਕਿ ਅਨੰਦਪੁਰ ਸਾਹਿਬ ਵਿਖੇ ਲੋਹਗੜ੍ਹ ਦੇ ਕਿਲੇ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ, ਨਿਤ ਵਾਂਗਰਾਂ ਰੋਜ਼ ਦੀ ਤਰ੍ਹਾਂ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਦੁਆਰੇ, ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਦੁਆਲੇ ਸੰਗਤ ਜੁੜੀ ਹੋਈ ਸੀ। ਉਹ ਜੁੜੀ ਹੋਈ ਸੰਗਤ ਇਸ ਤਰ੍ਹਾਂ ਪ੍ਰਤੀਤ ਹੁੰਦੀ ਸੀ ਜਿਉਂ ਚੰਨ ਦੁਆਲੇ ਸੋਭਦੇ ਨੇ ਰਾਤੀ ਤਾਰੇ। ਜਿਵੇਂ ਕਹਿੰਦੇ ਆਕਾਸ਼ ਦੇ ਵਿੱਚ ਰਾਤ ਨੂੰ ਚੰਦਰਮਾ ਦੇ ਦੁਆਰੇ ਤਾਰੇ ਸੋਹਣੇ ਲੱਗਦੇ ਆ, ਇਸੇ ਤਰ੍ਹਾਂ ਹੀ ਗੁਰਦੁਆਰੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਦੁਆਲੇ ਬੈਠੀ ਹੋਈ ਉਹ ਸਾਰੀ ਸੰਗਤ ਸੋਹਣੀ ਲੱਗ ਰਹੀ ਸੀ। ਆਕੇ ਸੂਹੀਏ ਸਿੰਘ ਨੇ ਮੁਖੋਂ ਫਰਮਾਇਆ, ਹੁਣੇ ਪਹਾੜੀ ਰਾਜਿਆਂ ਇੱਕ ਮਤਾ ਪਕਾਇਆ। ਸੂਈਆ ਖਬਰੀ, ਕਹਿੰਦੇ ਮੁਖੋਂ ਫਰਮਾਣਾ ਦੱਸਣਾ। ਕਹਿੰਦੇ ਉਸੇ ਸਮੇਂ ਸੰਗਤ ਦੇ ਵਿੱਚ ਆ ਕੇ ਇੱਕ ਸਿੱਖ ਖਬਰੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਦੱਸਿਆ ਕਿ ਹੁਣੇ ਹੀ ਪਹਾੜੀ ਰਾਜਿਆਂ ਨੇ ਇੱਕ ਯੋਜਨਾ ਬਣਾਈ ਹੈ। ਮਤਾ ਪਕਾਉਣਾ ਵਿਦਿਆਰਥੀਓ, ਯੋਜਨਾ ਬਣਾਉਣੀ। ਇੱਕ ਹਾਥੀ ਰਾਜਾ ਕੇਸਰੀ ਹੈ ਕਿਤੋਂ ਲਿਆਇਆ, ਲੋਹਗੜ੍ਹ ਢਾਹੁਣ ਵਾਸਤੇ ਉਹਨਾਂ ਕਰੀ ਤਿਆਰੀ। ਕਹਿੰਦੇ ਕਿ ਉਹ ਕੀ ਦੱਸ ਰਿਹਾ ਹੈ ਕਿ ਜਿਹੜਾ ਇੱਕ ਪਹਾੜੀ ਰਾਜਾ ਕੇਸਰੀ ਹੈ ਉਹ ਕਿੱਧਰੋਂ ਇੱਕ ਹਾਥੀ ਨੂੰ ਲੈ ਕੇ ਆਇਆ ਹੈ ਤੇ ਉਹਨਾਂ ਨੇ ਲੋਹਗੜ੍ਹ ਕਿਲੇ ਨੂੰ ਢਾਉਣ ਲਈ ਸਾਰੀ ਹੀ ਤਿਆਰੀ ਕਰ ਲਈ ਹੈ। ਕਿਹੜੀ ਤਿਆਰੀ ਕੀਤੀ ਹੈ? ਸਿਰ ਹਾਥੀ ਦੇ ਬਣ ਕੇ ਲੋ ਤਵੇ ਦੋ ਭਾਰੀ। ਇੱਥੇ ਕਵੀ ਦੱਸ ਰਿਹਾ ਹੈ, ਤੁਸੀਂ ਆਪਣੀ ਬੁੱਕ ਦੇ ਵਿੱਚ ਪਿਕਚਰ ਦੇ ਵਿੱਚ ਵੀ ਦੇਖ ਰਹੇ ਹੋ ਕਿ ਹਾਥੀ ਦੇ ਸਿਰ ਦੇ ਦੁਆਲੇ ਦੋਨੋਂ ਹੀ ਪਾਸੇ ਦੋ ਲੋਹੇ ਦੇ ਭਾਰੀ ਤਵੇ, ਤਿੱਖੇ ਤਵੇ ਬੰਨੇ ਹੋਏ ਹਨ। ਉਹਦੀ ਸੁੰਡ ਦੇ ਨਾਲ ਹੈ ਬੰਨ ਦਿੱਤੀ ਤਲਵਾਰ ਦੋ ਧਾਰੀ। ਕਹਿੰਦੇ ਕਿ ਉਹਦੀ ਸੁੰਡ ਦੇ ਨਾਲ, ਵੈਸੇ ਤਾਂ ਤਲਵਾਰ ਨੂੰ ਇੱਕ ਧਾਰ ਹੁੰਦੀ ਆ, ਪਰ ਦੋਨੋਂ ਪਾਸਿਓਂ ਧਾਰਾਂ ਵਾਲੀ ਤਿੱਖੀ ਤਲਵਾਰ ਉਹਦੀ ਸੁੰਡ ਦੇ ਨਾਲ ਬੰਨ ਦਿੱਤੀ ਹੈ ਤਾਂ ਜੋ ਉਸ ਹਾਥੀ ਦੇ ਰਸਤੇ ਵਿੱਚ ਜੋ ਵੀ ਆਵੇਗਾ ਉਹ ਖਤਮ ਹੋ ਜਾਵੇਗਾ। ਮਸਤ ਕਰਨ ਲਈ ਉਸ ਨੂੰ ਹੈ ਸੁਰਾ ਪਿਲਾਈ। ਸੁਰਾ ਸ਼ਰਾਬ,
ਉਸ ਹਾਥੀ ਨੂੰ ਮਸਤ ਕਰਨ ਦੇ ਲਈ, ਉਹਦੀ ਸੁੱਧ ਬੁੱਧ ਗਵਾਉਣ ਦੇ ਲਈ ਉਹਨੂੰ ਸ਼ਰਾਬ ਪਿਲਾਈ ਗਈ ਹੈ। ਕੱਲ ਨੂੰ ਇੰਦਰ ਆਵਣਾ, ਉਸ ਕਰਕੇ ਧਾਈ, ਧਾਈ ਹੁੰਦਾ ਪੁੱਤਰ ਜੀ ਚੜ੍ਹਾਈ ਕਰਨੀ, ਹਮਲਾ ਕਰਨਾ। ਕੱਲ ਨੂੰ ਉਸ ਹਾਥੀ ਦੇ ਅਲੋਹਗੜ੍ਹ ਦੇ ਕਿਲੇ ਤੇ ਹਮਲਾ ਕਰਨ ਲਈ ਆਉਣਾ ਹੈ। ਇੱਦਾਂ ਕਹਿ ਕੇ ਸਿੰਘ ਨੇ ਸੀ ਗੱਲ ਮੁਕਾਈ। ਇਸ ਤਰ੍ਹਾਂ ਉਸ ਸੁਹੀਏ ਸਿੰਘ ਨੇ ਆ ਕੇ ਗੁਰੂ ਜੀ ਨੂੰ ਸਾਰੀ ਕਹਾਣੀ ਦੱਸ ਕੇ ਆਪਣੀ ਗੱਲ ਖਤਮ ਕਰ ਦਿੱਤੀ। ਸੁਣ ਕੇ ਸਾਰੀ ਵਾਰਤਾ ਸਤਿਗੁਰੂ ਮੁਸਕਾਏ। ਕਹਿੰਦੇ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਸੁਹੀਏ ਸਿੱਖ ਕੋਲੋਂ ਵਾਰਤਾ ਸਾਰੀ ਗੱਲਬਾਤ ਸੁਣੀ ਤਾਂ ਉਹ ਮੰਦ ਮੰਦ ਮੁਸਕਰਾਉਣ ਲੱਗ ਪਈ। ਦੁਨੀ ਚੰਦ ਵੱਲ ਵੇਖ ਕੇ ਮੁਖੋਂ ਫਰਮਾਈ। ਉਸ ਸਮੇਂ ਸੰਗਤ ਦੇ ਵਿੱਚ ਇੱਕ ਦੁਨੀ ਚੰਦ ਨਾਮ ਦਾ ਵਿਅਕਤੀ ਵੀ ਬੈਠਾ ਸੀ ਤੇ ਉਹਦੇ ਵੱਲ ਦੇਖ ਕੇ ਗੁਰੂ ਜੀ ਬੋਲੇ, ਆਉਂਦਾ ਹੈ ਹਾਥੀ ਮਸਤਿਆ ਜੀ ਸਦਕੇ ਆਈ। ਕਹਿੰਦੇ ਜੇਕਰ ਉਹ ਹਾਥੀ ਮਸਤ ਹੋ ਕੇ ਲੋਹਗੜ੍ਹ ਦੇ ਕਿਲੇ ਨੂੰ ਢਾਉਣ ਲਈ ਆ ਰਿਹਾ ਹੈ ਤਾਂ ਬੇਸ਼ੱਕ ਆਵੇ। ਇਹ ਗੱਲ ਸੁਣ ਕੇ ਦੁਨੀ ਚੰਦ ਡਾਢਾ ਘਬਰਾਇਆ। ਜਦੋਂ ਦੁਨੀ ਚੰਦ ਨੇ ਦੇਖਿਆ ਕਿ ਗੁਰੂ ਜੀ ਉਹਦੇ ਵੱਲ ਇਸ਼ਾਰਾ ਕਰਕੇ ਇਹ ਗੱਲ ਕਹਿ ਰਹੇ ਨੇ ਤਾਂ ਉਸਨੂੰ ਡਾਢਾ ਬਹੁਤ ਜ਼ਿਆਦਾ ਘਬਰਾਹਟ ਹੋਣ ਲੱਗ ਪਈ। ਸੋਚਣ ਲੱਗਾ ਕਿਸਮਤੇ ਕਿੱਥੇ ਮਰਵਾਇਆ। ਤੇ ਕਹਿੰਦੇ ਉਹ ਹੁਣ ਸੋਚਣ ਲੱਗ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਮੇਰੇ ਵੱਲ ਦੇਖ ਕੇ ਇਸ਼ਾਰਾ ਕਰ ਰਹੇ ਹਨ, ਭਾਵ ਹੁਣ ਉਸਨੂੰ ਹਾਥੀ ਦਾ ਮੁਕਾਬਲਾ ਕਰਨਾ ਪਵੇਗਾ। ਉਹ ਇਹ ਸੋਚ ਕੇ ਹੀ ਆਪਣੀ ਕਿਸਮਤ ਨੂੰ ਕੋਸਣ ਲੱਗ ਜਾਂਦਾ ਹੈ ਕਿ ਕਿੱਥੇ ਉਹ ਆ ਕੇ ਇਸ ਸੰਗਤ ਦੇ ਵਿੱਚ ਬੈਠ ਗਿਆ। ਐਡੀ ਵੱਡੀ ਡੀਲ ਡੋਲ, ਡੀਲ ਡੋਲ ਹੁੰਦਾ ਪੁੱਤਰ ਜੀ ਤਾਕਤਵਰ ਸਰੀਰ, ਦਿਲ ਛੋਟਾ ਪਾਇਆ। ਕਹਿੰਦੇ ਦੁਨੀ ਚੰਦ ਦਾ ਸਰੀਰ ਬਹੁਤ ਤਾਕਤਵਰ ਸੀ, ਉਹ ਬਹੁਤ ਤੰਦਰੁਸਤ ਦਿਖਾਈ ਦੇ ਰਿਹਾ ਸੀ, ਪਰ ਉਹਦੇ ਵਿੱਚ ਜੋ ਦਿਲ ਸੀ ਉਹ ਬਹੁਤ ਛੋਟਾ ਸੀ। ਇੱਕ ਸਿੱਖ ਨੇ ਦੱਸਿਆ ਆਣ ਕੇ ਦੂਜੇ ਦਿਨ ਤੜਕੇ, ਜਦੋਂ ਕਹਿੰਦੇ ਕਿ ਦੂਸਰੀ ਦਿਨ ਫੇਰ ਉਸੇ ਤਰ੍ਹਾਂ ਸੰਗਤ ਬੈਠੀ ਹੋਈ ਸੀ, ਗੁਰੂ ਜੀ ਵੀ ਬੈਠੇ ਹੋਏ ਸਨ, ਤਾਂ ਸਵੇਰੇ ਹੀ ਆਣ ਕੇ ਤੜਕੇ ਸਾਜਰੇ ਸਵੇਰੇ ਆ ਕੇ ਕਹਿੰਦੇ ਇੱਕ ਸਿੱਖ ਨੇ ਗੁਰੂ ਜੀ ਨੂੰ ਦੱਸਿਆ। ਕੀ ਦੱਸਿਆ? ਹਰਨ ਹੋ ਗਿਆ ਦੁਨੀ ਚੰਦ ਕੰਧ ਉੱਤੋਂ ਚੜ੍ਹ ਕੇ। ਕਿ ਰਾਤ ਦੁਨੀ ਚੰਦ ਨੇ ਕੰਧ ਉੱਤੋਂ ਦੀ ਚੜ੍ਹ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਹਰਨ ਹੋਣਾ, ਭੱਜਣਾ। ਲੱਤ ਟੁੱਟੀ ਕੰਧ ਟੱਪਦਿਆਂ ਮਰਿਆ ਸੱਪ ਲੜਕੇ। ਕਹਿੰਦੇ ਜਦੋਂ ਕੰਧ ਟੱਪ ਕੇ ਭੱਜ ਰਿਹਾ ਸੀ ਤਾਂ ਉਹਦੀ ਟੱਪਦਿਆਂ ਹੋਇਆਂ ਲੱਤ ਟੁੱਟ ਗਈ। ਜਦੋਂ ਉਹ ਨੀਚੇ ਗਿਰਿਆ ਤਾਂ ਉੱਥੇ ਸੱਪ ਸੀ ਜਿਸ ਨੇ ਉਸ ਨੂੰ ਡਸ ਲਿਆ, ਜਿਸ ਕਾਰਨ ਦੁਨੀ ਚੰਦ ਦੀ ਮੌਤ ਹੋ ਗਈ। ਦੇਖੋ ਬੇਟਾ ਜੀ, ਜੋ ਇਨਸਾਨ ਕਹਿੰਦੇ ਕਿ ਗੁਰੂ ਦੇ ਹੁਕਮ ਦੀ ਪਾਲਣਾ ਨਹੀਂ ਕਰਦਾ ਤਾਂ ਅੱਗੋਂ ਉਹਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਤਰ੍ਹਾਂ ਹੀ ਦੁਨੀ ਚੰਦ ਨੂੰ ਵੀ ਕਰਨਾ ਪਿਆ। ਹੱਸ ਕੇ ਬੋਲੇ ਸਤਿਗੁਰੂ ਤੱਕ ਚਾਰ ਸ਼ਫੇਰਾ। ਉਸ ਸਿੰਘ ਦੀ ਗੱਲ ਸੁਣ ਕੇ ਗੁਰੂ ਜੀ ਮੁਸਕਰਾਏ ਤੇ ਆਲਾ ਦੁਆਲਾ ਦੇਖ ਕੇ ਬੋਲੇ, ਹਾਥੀ ਵਿੱਚ ਸਰੀਰ ਦੇ ਹੈ ਜ਼ੋਰ ਬਥੇਰਾ। ਕਹਿੰਦੇ ਕਿ ਮੈਨੂੰ ਪਤਾ ਹੈ, ਤੁਹਾਨੂੰ ਸਭ ਨੂੰ ਵੀ ਪਤਾ ਹੈ ਕਿ ਹਾਥੀ ਦੇ ਸਰੀਰ ਵਿੱਚ ਬਹੁਤ ਤਾਕਤ ਹੁੰਦੀ ਹੈ। ਸ਼ੇਰ ਨਾਲੋਂ ਪਰ ਘੱਟ ਹੈ ਉਹਦੇ ਵਿੱਚ ਜੀਰਾ। ਜੀਰਾ ਹੁੰਦਾ ਪੁੱਤਰ ਜੀ ਜਿਗਰਾ। ਕਹਿੰਦੇ ਪਰ ਜਿੰਨਾ ਜਿਗਰਾ, ਜਿੰਨਾ ਹੌਸਲਾ ਸ਼ੇਰ ਵਿੱਚ ਹੁੰਦਾ ਹੈ ਓਨਾ ਹਾਥੀ ਵਿੱਚ ਨਹੀਂ ਹੁੰਦਾ। ਭਾਵੇਂ ਹਾਥੀ ਸਰੀਰਕ ਪੱਖੋਂ ਤਾਕਤਵਰ ਹੁੰਦਾ ਹੈ, ਪਰ ਉਸ ਵਿੱਚ ਜਿਗਰਾ ਨਹੀਂ ਹੁੰਦਾ, ਹੌਸਲਾ ਨਹੀਂ ਹੁੰਦਾ। ਫਿਰ ਕਿਹਾ ਬਚਿੱਤਰ ਸਿੰਘ ਨੂੰ, ਸੁਣ ਦੁੱਲਿਆ ਸ਼ੇਰਾ। ਉਸ ਸਮੇਂ ਸੰਗਤ ਦੇ ਵਿੱਚ ਇੱਕ ਬਚਿੱਤਰ ਸਿੰਘ ਨਾਮ ਦਾ ਵਿਅਕਤੀ ਵੀ ਬੈਠਾ ਸੀ, ਜੋ ਕਿ ਦੁਨੀ ਚੰਦ ਦੇ ਮੁਕਾਬਲੇ ਸਰੀਰਕ ਪੱਖੋਂ ਕਾਫੀ ਕਮਜ਼ੋਰ ਸੀ। ਉਸ ਨੂੰ ਦੇਖ ਕੇ ਗੁਰੂ ਜੀ ਨੇ ਉਹਦੇ ਵਿੱਚ ਹੌਸਲਾ ਭਰਨ ਲਈ, ਉਹਨੂੰ ਹੌਸਲਾ ਦੇਣ ਦੇ ਲਈ, ਉਹਦੇ ਵਿੱਚ ਤਾਕਤ ਭਰਨ ਦੇ ਲਈ ਉਹਨੂੰ ਆਪਣਾ ਬਹਾਦਰ ਸ਼ੇਰ ਕਹਿ ਕੇ ਸੰਬੋਧਨ ਕੀਤਾ। ਦੁੱਲਿਆ ਬਹਾਦਰ ਸ਼ੇਰਾ, ਹਾਥੀ ਕਰੂ ਮੁਕਾਬਲਾ ਕੀ ਸਿੰਘਾ ਤੇਰਾ। ਕਹਿੰਦੇ ਕਿ ਤੂੰ ਮੇਰਾ ਬਹਾਦਰ ਸ਼ੇਰ ਹੈ ਤੇ ਤੇਰਾ ਹਾਥੀ ਜਿਹੜਾ ਆਇਆ ਉਹ ਮੁਕਾਬਲਾ ਨਹੀਂ ਕਰ ਸਕਦਾ। 10 ਹਾਥੀਆਂ ਲਈ ਵੀ ਤੂੰ ਸ਼ੇਰ ਬਥੇਰਾ। ਕਹਿੰਦੇ ਕਿ ਤੂੰ ਮੇਰਾ ਬਹਾਦਰ ਸ਼ੇਰ ਹੈ
ਇਹ ਇੱਕ ਹਾਥੀ ਹੀ ਨਹੀਂ, ਸਗੋਂ ਜੇਕਰ 10 ਹੋਰ ਹਾਥੀ ਅਜਿਹੇ ਆ ਜਾਣ ਤਾਂ ਤੂੰ ਉਹਨਾਂ ਲਈ ਹੀ ਇੱਕ ਕੱਲਾ ਸ਼ੇਰ ਹੀ ਕਾਫੀ ਹੈ। ਸੁਣ ਕੇ ਸਿੰਘ ਨੇ ਘੋੜੇ ਤੇ ਕਾਠੀ ਜਾ ਪਾਈ। ਗੁਰੂ ਜੀ ਦੇ ਅਜਿਹੇ ਹੌਸਲੇ ਭਰੇ, ਬਹਾਦਰੀ ਭਰੇ, ਵੀਰਤਾ ਭਰੇ ਸ਼ਬਦ ਸੁਣ ਕੇ ਬਚਿੱਤਰ ਸਿੰਘ ਦੇ ਵਿੱਚ ਹੌਸਲਾ ਭਰ ਗਿਆ, ਤਾਕਤ ਆ ਗਈ। ਗੁਰੂ ਜੀ ਦੇ ਅਜਿਹੇ ਵਚਨ ਸੁਣ ਕੇ, ਗੁਰੂ ਜੀ ਤੋਂ ਆਗਿਆ ਲਾ ਕੇ ਉਹਨਾਂ ਨੇ ਲੋਹਗੜ੍ਹ ਦੇ ਕਿਲੇ ਵੱਲ ਜਾਣ ਦੀ ਤਿਆਰੀ ਕਰ ਲਈ, ਘੋੜੇ ਤੇ ਕਾਠੀ ਪਾ ਲਈ। ਲੋਹਗੜ੍ਹ ਦੇ ਵੱਲ ਉਸਨੇ ਝਟਕਰੀ ਚੜਾਈ ਤੇ ਜਲਦੀ ਹੀ ਉਸਨੇ ਲੋਹਗੜ੍ਹ ਦੇ ਕਿਲੇ ਵੱਲ ਨੂੰ ਚੜਾਈ ਕਰਨੀ ਸ਼ੁਰੂ ਕਰ ਦਿੱਤੀ। ਪੁੱਜਿਆ ਕਿਲੇ ਦੇ ਸਾਹਮਣੇ ਉਸ ਦੇਰ ਨਾ ਲਾਈ। ਕਹਿੰਦੇ ਪਲਕ ਝਪਕਦੇ ਹੀ ਜਿਹੜਾ ਬਚਿੱਤਰ ਸਿੰਘ ਗੁਰੂ ਸਿੰਘ ਜੀ ਦੇ ਸਾਹਮਣੇ ਖੜਾ ਸੀ, ਉਹ ਹੁਣ ਲੋਹਗੜ੍ਹ ਦੇ ਕਿਲੇ ਦੇ ਸਾਹਮਣੇ ਪਹੁੰਚ ਚੁੱਕਿਆ ਸੀ। ਮਸਤਿਆ ਹਾਥੀ ਆ ਰਿਹਾ ਸੀ ਵਾਂਗ ਹਨੇਰੀ। ਵਾਂਗ ਹਨੇਰੀ ਪੁੱਤਰ ਜੀ ਬਹੁਤ ਤੇਜ਼। ਇੱਥੇ ਕਵੀ ਦੱਸ ਰਿਹਾ ਹੈ ਕਿ ਜਿਹੜੇ ਹਾਥੀ ਨੂੰ ਪਹਾੜੀ ਰਾਜਿਆਂ ਨੇ ਸ਼ਰਾਬ ਪਿਲਾ ਕੇ ਮਸਤ ਕੀਤਾ ਸੀ, ਉਹ ਹਾਥੀ ਮਸਤਿਆ ਹੋਇਆ ਬਹੁਤ ਤੇਜ਼ ਰਫ਼ਤਾਰ ਦੇ ਨਾਲ ਕਿਲੇ ਵੱਲ ਵੱਧ ਰਿਹਾ ਸੀ। ਪਿੱਛੋਂ ਫੌਜਾਂ ਉਸ ਨੂੰ ਜਾਵਣ ਸ਼ਿਸ਼ਕੇਰੀ ਹੁੰਦਾ ਆ ਪੁੱਤਰ ਜੀ, ਹੱਲਾਸ਼ੇਰੀ ਦੇਣੀ। ਤੇ ਪਿੱਛੋਂ ਉਸ ਹਾਥੀ ਨੂੰ ਪਹਾੜੀ ਰਾਜਿਆਂ ਦੀਆਂ ਫੌਜਾਂ ਹੱਲਾਸ਼ੇਰੀ ਦੇ ਰਹੀਆਂ ਸੀ, ਅੱਗੇ ਵੱਲ ਨੂੰ ਜਾਣ ਲਈ ਪ੍ਰੇਰਨਾ ਦੇ ਰਹੀਆਂ ਸਨ। ਸਿੰਘ ਬਚਿੱਤਰ ਗਰਜਿਆ ਲਾਈ ਨਾ ਦੇਰੀ। ਜਿੱਦਾਂ ਹੀ ਬਚਿੱਤਰ ਸਿੰਘ ਨੇ ਹਾਥੀ ਨੂੰ ਆਪਣੇ ਵੱਲ ਆਉਂਦਾ ਦੇਖਿਆ ਤਾਂ ਉਹ ਗਰਜ ਕੇ ਉਸ ਹਾਥੀ ਵੱਲ ਨੂੰ ਰਵਾਨਾ ਹੋ ਗਿਆ। ਉਸ ਹਾਥੀ ਤੇ ਹਮਲਾ ਕਰਨ ਲਈ ਉਹਨੇ ਜਰਾ ਜਿੰਨੀ ਵੀ ਦੇਰੀ ਨਾ ਲਾਈ। ਵਧਿਆ ਹਾਥੀ ਵੱਲ ਨੂੰ ਯੋਧਾ ਬਲਕਾਰੀ। ਕਹਿੰਦੇ ਉਹ ਜਿਹੜਾ ਬਹਾਦਰ ਯੋਧਾ ਸੀ, ਬਲਕਾਰੀ ਬਹਾਦਰ, ਜਿਹੜਾ ਬਚਿੱਤਰ ਸਿੰਘ ਬਹਾਦਰ ਯੋਧਾ ਸੀ, ਗੁਰੂ ਦਾ ਸਿੱਖ ਸੀ, ਉਹ ਬਹੁਤ ਤੇਜ਼ੀ ਦੇ ਨਾਲ ਹਾਥੀ ਵੱਲ ਨੂੰ ਵਧਿਆ। ਧੂ ਨਾਗਣੀ ਉਸਨੇ ਹਾਥੀ ਦੇ ਮਾਰੀ। ਕਹਿੰਦੇ ਉਹ ਜਿਸ ਤਰ੍ਹਾਂ ਹੀ ਹਾਥੀ ਵੱਲ ਨੂੰ ਵਧਿਆ ਤਾਂ ਉਸਨੇ ਹੱਥ ਦੇ ਵਿੱਚ ਜੋ ਨਾਗਣੀ ਹੁੰਦਾ ਪੁੱਤਰ ਜੀ, ਨੇਜ਼ਾ, ਜੋ ਨੇਜ਼ਾ ਫੜਿਆ ਹੋਇਆ ਸੀ, ਉਹ ਹਾਥੀ ਦੇ ਸਿਰ ਵਿੱਚ ਮਾਰਿਆ। ਗਈ ਤਵੇ ਨੂੰ ਚੀਕਦੀ ਧਸ ਅੰਦਰ ਸਾਰੀ। ਹਾਥੀ ਦੇ ਮੱਥੇ ਤੇ ਬਹੁਤ ਤਿੱਖੀਆਂ ਤਵੀਆਂ ਲੋਹੇ ਦੀਆਂ ਬੰਨੀਆਂ ਹੋਈਆਂ ਸੀ। ਕਹਿੰਦੇ ਉਹ ਨੇਜ਼ਾ ਤਵਿਆਂ ਨੂੰ ਚੀਰਦਾ ਹੋਇਆ ਹਾਥੀ ਦੇ ਮੱਥੇ ਵਿੱਚ ਖੁੱਭ ਗਿਆ। ਧਸ ਅੰਦਰ ਜਾਣਾ, ਖੁੱਭ ਜਾਣਾ। ਹਾਥੀ ਭੱਜਿਆ ਚੀਕਦਾ ਖਾ ਫੱਟ ਕਰਾਰਾ। ਕਹਿੰਦੇ ਕਿ ਉਹ ਇੰਨਾ ਤੇਜ਼ ਜ਼ਖਮ ਸੀਗਾ ਜਿਸ ਨੂੰ ਹਾਥੀ ਸਹਾਰ ਨਹੀਂ ਸਕਦਾ ਸੀਗਾ। ਉਸ ਜ਼ਖਮ ਨੂੰ ਨਾ ਸਹਾਰਦਾ ਹੋਇਆ ਹਾਥੀ ਚੀਕਣ ਲੱਗ ਪਿਆ। ਇੱਕੋ ਵਾਰ ਹੀ ਸਿੰਘ ਦਾ ਕਰ ਗਿਆ ਨਿਤਾਰਾ। ਕਹਿੰਦੇ ਦੇਖੋ ਕਿ ਉਸ ਸਿੰਘ ਦੇ ਵਿੱਚ ਗੁਰੂ ਜੀ ਨੇ ਹੌਸਲਾ ਭਰਿਆ ਸੀ, ਹਿੰਮਤ ਭਰੀ ਸੀ। ਉਸ ਹੌਸਲੇ ਹਿੰਮਤ ਦੇ ਕਰਕੇ ਹੀ ਉਸ ਬਹਾਦਰ ਸਿੰਘ ਦੇ ਇੱਕੋ ਵਾਰ ਨੇ ਉਸ ਯੁੱਧ ਦਾ ਫੈਸਲਾ ਕਰ ਦਿੱਤਾ। ਨਿਤਾਰਾ ਕਰਨਾ, ਫੈਸਲਾ ਕਰਨਾ। ਭੱਜਿਆ ਰਣ ਚੋਂ ਕੇਸਰੀ ਲਸ਼ਕਰ ਵੀ ਭਾਰਾ। ਜਿਹੜਾ ਹਾਥੀ ਲੋਹਗੜ੍ਹ ਦੇ ਕਿਲੇ ਵੱਲ ਨੂੰ ਆ ਰਿਹਾ ਸੀ, ਹੁਣ ਉਹ ਦਰਦ ਨਾਲ ਕੁਰਲਾਉਂਦਾ ਹੋਇਆ ਜਿਸ ਰਸਤਿਓਂ ਆਇਆ ਸੀ ਉਸੇ ਰਸਤੇ ਵੱਲ ਨੂੰ ਵਾਪਸ ਜਾ ਰਿਹਾ ਸੀ। ਤੇ ਜਦੋਂ ਕੇਸਰੀ ਦੀ ਫੌਜ ਨੇ, ਲਸ਼ਕਰ ਫੌਜ, ਜਦੋਂ ਕੇਸਰੀ ਦੀ ਫੌਜ ਨੇ ਉਸ ਹਾਥੀ ਨੂੰ ਆਪਣੇ ਵੱਲ ਆਉਂਦਾ ਤੱਕਿਆ ਤਾਂ ਉਹ ਵੀ ਵਾਪਸ ਯੁੱਧ ਦੇ ਮੈਦਾਨ ਵਿੱਚੋਂ ਭੱਜਣੀ ਸ਼ੁਰੂ ਹੋ ਗਈ। ਸ਼ੇਰ ਬਚਿੱਤਰ ਸਿੰਘ ਨੇ ਸੀ ਰੱਖ ਵਿਖਾਈ। ਇਸ ਤਰ੍ਹਾਂ ਉਸ ਬਹਾਦਰ ਬਚਿੱਤਰ ਸਿੰਘ ਨੇ ਗੁਰੂ ਜੀ ਦੇ ਵਚਨਾਂ ਦੀ ਇੱਜ਼ਤ ਰੱਖੀ ਸੀ। ਰੱਖ ਵਿਖਾਣੀ, ਇੱਜ਼ਤ ਰੱਖਣੀ। ਸਿੰਘ ਬਹਾਦਰ ਹੋਣ ਦਾ ਇਹ ਅਸਲ ਸੱਚਾਈ। ਕਹਿੰਦੇ ਅਸਲ ਦੇ ਵਿੱਚ ਗੁਰੂ ਦਾ ਸਿੱਖ ਕਿਹੜਾ ਹੁੰਦਾ ਹੈ, ਕਿਹੜਾ ਬਹਾਦਰ ਸਿੱਖ ਹੁੰਦਾ ਹੈ, ਜੋ ਗੁਰੂ ਦੇ ਬੋਲਾਂ ਦੀ ਇੱਜ਼ਤ ਬਣਾਵੇ ਤੇ ਯੁੱਧ ਦੇ ਮੈਦਾਨ ਦੇ ਵਿੱਚੋਂ ਸਿੰਘ ਸੂਰਮੇ ਕਦੇ ਨਾ ਰਣ ਪਿੱਠ ਵਿਖਾਈ। ਤੇ ਯੁੱਧ ਭੂਮੀ ਦੇ ਵਿੱਚੋਂ ਕਦੇ ਵੀ ਉਹ ਪਿੱਠ ਦਿਖਾ ਕੇ ਵਾਪਸ ਨਾ ਆਉਣ, ਸਗੋਂ ਜਾਂ ਸ਼ਹੀਦ ਹੋ ਜਾਣ ਜਾਂ ਜਿੱਤ ਕੇ ਹੀ ਵਾਪਸ ਆਉਣ। ਉਹੀ ਗੁਰੂ ਦੇ ਅਸਲੀ ਬਹਾਦਰ ਸਿੱਖ ਹੁੰਦੇ ਹਨ। ਪਿਆਰੇ ਵਿਦਿਆਰਥੀਓ, ਇਹ ਆਪਣੀ ਕਵਿਤਾ ਬਚਿੱਤਰ ਸਿੰਘ ਦੀ ਬਹਾਦਰੀ ਸੀ
ਜਿਸ ਦੇ ਵਿੱਚ ਇਹ ਦੱਸਿਆ ਆ ਕਿ ਕਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਕਮਜ਼ੋਰ ਤੇ ਮਜ਼ਲੂਮ ਜਨਤਾ ਦੇ ਵਿੱਚ ਤਾਕਤ ਹੌਸਲਾ ਭਰ ਕੇ ਉਹਨਾਂ ਨੂੰ ਤਾਕਤਵਰ ਲੋਕਾਂ ਹਾਥੀਆਂ ਨਾਲ ਵੀ ਮੁਕਾਬਲਾ ਕਰਨ ਲਈ ਪ੍ਰੇਰਿਤ ਕਰ ਦਿੰਦੇ ਸਨ। ਸੋ ਤੁਸੀਂ ਸਾਰੇ ਵਿਦਿਆਰਥੀਆਂ ਨੇ ਬਹੁਤ ਧਿਆਨ ਦੇ ਨਾਲ ਇਹ ਕਵਿਤਾ ਪੜ੍ਹਨੀ ਹੈ ਤੇ ਇਸ ਦੀ ਪ੍ਰਸੰਗ ਸਹਿਤ ਵਿਆਖਿਆ ਵੀ ਕਰਨੀ ਹੈ। ਧੰਨਵਾਦ।